ਹੈਲੋ ਸਟੂਡੈਂਟਸ, ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਯੂਨਿਟੀ ਇਨ ਡਾਇਵਰਸਿਟੀ। ਭਾਰਤ ਬੇਸ਼ੱਕ ਵੇਖਣ ਨੂੰ ਭਿੰਨ ਲੱਗਦਾ ਆ ਕਿ ਅਲੱਗ-ਅਲੱਗ ਸਟੇਟਸ ਦੇ ਵਿੱਚ ਵੰਡਿਆ ਹੋਇਆ ਆ, ਪਰ ਫਿਰ ਵੀ ਜਿਹੜਾ ਇਹਦੇ ਵਿੱਚ ਬਹੁਤ ਏਕਤਾ ਆ। ਅਸੀਂ ਸਾਰੇ ਜਿਹੜੇ ਇੰਡੀਅਨਸ ਆ ਔਰ ਇੱਕ ਹੀ ਦੇਸ਼ ਦੇ ਸਿਟੀਜ਼ਨ ਆ ਔਰ ਇੰਡੀਆ ਦੇ ਜਦੋਂ ਵੀ ਕੋਈ ਮੁਸੀਬਤ ਜਿਹੜੀ ਪਈ ਆ, ਸਾਰਾ ਇੰਡੀਆ ਜਿਹੜਾ ਆ ਉਹ ਬਹੁਤ ਹੀ ਯੂਨਿਟੀ ਦੇ ਨਾਲ ਜਿਹੜਾ ਆ ਉਹਨੇ ਇਸ ਚੀਜ਼ ਨੂੰ ਫੇਸ ਕੀਤਾ ਆ। ਸੋ ਇੰਡੀਆ ਦੇ ਵਿੱਚ ਬੇਸ਼ੱਕ ਡਾਇਵਰਸਿਟੀ ਆ, ਬਹੁਤ ਸਾਰੀਆਂ ਭਿੰਨਤਾਵਾਂ ਨੇ, ਪਰ ਫਿਰ ਵੀ ਜਿਹੜਾ ਆ ਇਸ ਨੂੰ ਯੂਨਿਟੀ ਦੇ ਵਾਸਤੇ ਜਾਣਿਆ ਜਾਂਦਾ ਆ। India's diversity has always been recognized as a source of its strength. ਇੰਡੀਆ ਦੀ ਜਿਹੜੀ ਡਾਇਵਰਸਿਟੀ ਆ, ਇਹਨੂੰ ਹਮੇਸ਼ਾ ਹੀ ਜਿਹੜਾ ਆ ਸਟਰੈਂਥ ਦੇ ਰੂਪ ਦੇ ਵਿੱਚ ਜਿਹੜਾ ਆ ਪਹਿਚਾਨਿਆ ਜਾਂਦਾ ਆ। When the British ruled India, women and men from different cultural, religious and regional backgrounds came together to oppose them. ਜਦੋਂ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ, ਔਰਤਾਂ ਨੇ, ਮਰਦਾਂ ਨੇ ਔਰ ਡਿਫਰੈਂਟ ਕਲਚਰ ਦੇ ਲੋਕਾਂ ਨੇ, ਬੇਸ਼ੱਕ ਅਲੱਗ ਧਰਮਾਂ ਦੇ ਉਹ ਲੋਕ ਸਨ ਜਾਂ ਉਹਨਾਂ ਦੇ ਅਲੱਗ-ਅਲੱਗ ਖਿੱਤਿਆਂ ਦੇ ਉਹ ਲੋਕ ਸਨ, ਉਹਨਾਂ ਨੇ ਇਕੱਠੇ ਹੋ ਕੇ ਅਤੇ ਸਾਰਿਆਂ ਨੇ ਅੰਗਰੇਜ਼ਾਂ ਦਾ ਜਿਹੜਾ ਆ ਉਹ ਉਹਨਾਂ ਦੇ ਵਿਰੁੱਧ ਜਿਹੜਾ ਆ ਉਹ ਸਾਰਿਆਂ ਨੇ ਜਿਹੜੀ ਆਜ਼ਾਦੀ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਹਿੱਸਾ ਲਿਆ। India's freedom movement had thousands of people of different backgrounds in it. They worked together to decide joint action. They went to jail together and they found different ways to oppose the British. ਇੰਡੀਆ ਦੀ ਜਿਹੜੀ ਫਰੀਡਮ ਦੀ ਮੂਵਮੈਂਟ ਜਿਹੜੀ ਚੱਲੀ ਸੀ, ਉਹਦੇ ਵਿੱਚ ਹਜ਼ਾਰਾਂ ਹੀ ਜਿਹੜੇ ਲੋਕ ਸੀ ਉਹ ਡਿਫਰੈਂਟ ਬੈਕਗਰਾਊਂਡ ਦੇ ਸਨ। ਉਹ ਆਜ਼ਾਦੀ ਦੀ ਲੜਾਈ ਲੜਨ ਵਾਲੇ ਲੋਕ ਜ਼ਰੂਰੀ ਨਹੀਂ ਕਿ ਉਹ ਸਿੱਖ ਹੀ ਸਨ, ਜ਼ਰੂਰੀ ਨਹੀਂ ਕਿ ਉਹ ਬੰਗਾਲੀ ਸਨ, ਜ਼ਰੂਰੀ ਨਹੀਂ ਉਹ ਮਰਾਠੀ ਸਨ। ਉਹ ਅਲੱਗ-ਅਲੱਗ ਬੈਕਗਰਾਊਂਡਸ ਦੇ ਲੋਕ ਸਨ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਇੰਡੀਆ ਦੇ ਵਾਸਤੇ, ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਹੜਾ ਆ ਉਹ ਆਜ਼ਾਦੀ ਦੀ ਇਕੱਠੇ ਹੋ ਕੇ ਲੜਾਈ ਜਿਹੜੀ ਉਹਨਾਂ ਨੇ ਲੜੀ। ਉਹ ਇਕੱਠੇ ਜਿਹੜੇ ਆ ਉਹ ਡਿਸਾਈਡ ਕਰਦੇ ਸੀ ਕਿ ਉਹਨਾਂ ਨੇ ਜੁਆਇੰਟ ਐਕਸ਼ਨ ਲੈਣਾ ਆ। ਇਕੱਠੇ ਉਹਨਾਂ ਨੇ ਜੇਲਾਂ ਕੱਟੀਆਂ, ਇਕੱਠੇ ਹੀ ਉਹਨਾਂ ਨੇ ਜਿਹੜੀ ਵਿਰੋਧਤਾ ਜਿਹੜੀ ਆ ਬ੍ਰਿਟਿਸ਼ ਦੀ ਲੜ ਕੇ ਪੂਰੀ ਵਿਰੋਧਤਾ ਜਿਹੜੀ ਆ ਕੀਤੀ। ਇੰਟਰਸਟਿੰਗਲੀ ਦਾ ਬ੍ਰਿਟਿਸ਼ ਥਾਟ ਦੇ ਕੁਡ ਡਿਵਾਈਡ ਇੰਡੀਅਨਸ ਬਿਕੋਜ਼ ਦੇ ਵਰ ਸੋ ਡਿਫਰੈਂਟ। ਅੰਗਰੇਜ਼ ਜਿਹੜੇ ਆ ਸੋਚਦੇ ਸੀਗੇ ਕਿ ਉਹ ਇੰਡੀਅਨਸ ਨੂੰ ਡਿਵਾਈਡ ਕਰ ਸਕਦੇ ਨੇ ਕਿਉਂਕਿ ਇਹ ਅਲੱਗ-ਅਲੱਗ ਨੇ, ਬਹੁਤ ਇਹਨਾਂ ਦੇ ਵਿੱਚ ਡਿਫਰੈਂਸ ਨੇ। ਐਂਡ ਦੈਨ ਕੰਟੀਨਿਊ ਟੂ ਰੂਲ ਦੈਮ, ਅਤੇ ਇਹਨਾਂ 'ਤੇ ਉਹ ਲਗਾਤਾਰ ਇਸੇ ਤਰ੍ਹਾਂ ਹੀ ਰਾਜ ਕਰਦੇ ਰਹਿਣਗੇ। ਬਟ ਦ ਪੀਪਲ ਸ਼ੋਡ ਹਾਊ ਦੇ ਕੁਡ ਬੀ ਡਿਫਰੈਂਟ ਐਂਡ ਯੈਟ ਬੀ ਯੂਨਾਈਟਿਡ ਇਨ ਦੇਅਰ ਬੈਟਲ ਅਗੇਂਸਟ ਦ ਬ੍ਰਿਟਿਸ਼। ਪਰ ਲੋਕਾਂ ਨੇ ਜਿਹੜਾ ਇਹ ਸ਼ੋਅ ਕੀਤਾ ਕਿ ਕਿਸ ਤਰ੍ਹਾਂ ਉਹ ਡਿਫਰੈਂਟ ਹੋਣ ਦੇ ਬਾਵਜੂਦ ਵੀ ਜਿਹੜੇ ਯੂਨਾਈਟਿਡ ਨੇ ਔਰ ਕਿਸ ਤਰ੍ਹਾਂ ਉਹ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਆਪਣੀ ਬੈਟਲ ਆ ਉਹਨੂੰ ਜਾਰੀ ਰੱਖਣਗੇ। ਇਹ ਸੌਂਗ ਲਿਖਿਆ ਹੋਇਆ ਹੈ। ਇਹ ਸੌਂਗ ਜਿਹੜਾ ਆ ਜਲਿਆਂਵਾਲੇ ਬਾਗ ਦੀ ਜਿਹੜੀ ਘਟਨਾ ਆ ਉਸ ਤੋਂ ਬਾਅਦ ਜਿਹੜਾ ਆ ਇਹ ਲਿਖਿਆ ਗਿਆ। ਡੋਂਟ ਫੋਰਗੇਟ ਦ ਡੇਜ਼ ਆਫ ਬਲੱਡ ਓ ਫਰੈਂਡ। ਇਹ ਉਹ ਸਾਰੇ ਉਸ ਘਟਨਾਕ੍ਰਮ ਨੂੰ ਜਿਹੜਾ ਦਰਸਾਉਂਦਾ ਇਹ ਗੀਤ ਜਿਹੜਾ ਆ ਲਿਖਿਆ ਗਿਆ। ਦਿਸ ਸੌਂਗ ਵਾਜ਼ ਸੰਗ ਆਫਟਰ ਦ ਜਲਿਆਂਵਾਲਾ ਬਾਗ ਮੈਸਕਰਸ in Amritsar, in which a British general opened fire on a large group of unarmed peaceful people, killing many and wounding even more. ਇਹ ਸੌਂਗ ਜਿਹੜਾ ਆ ਅੰਮ੍ਰਿਤਸਰ ਦੀ ਜਿਹੜੀ ਜਲਿਆਂਵਾਲੇ ਬਾਗ ਦੀ ਘਟਨਾ ਜਿਹੜੀ ਹੋਈ ਉਸ ਤੋਂ ਬਾਅਦ ਜਿਹੜਾ ਆ ਇਹ ਲਿਖਿਆ ਅਤੇ ਗਾਇਆ ਗਿਆ। ਇਹ ਸੌਂਗ ਜਿਹੜਾ ਆ ਬ੍ਰਿਟਿਸ਼ ਜਰਨਲ ਜਿਹੜਾ ਜਿਹਨੇ ਕਿ ਓਪਨਲੀ ਲੋਕਾਂ ਦੇ ਉੱਪਰ ਫਾਇਰਿੰਗ ਕੀਤੀ, ਨਿਹੱਥੇ ਲੋਕਾਂ ਦੇ ਉੱਪਰ, ਅਨਆਰਮਡ ਲੋਕਾਂ ਦੇ ਉੱਪਰ, ਬਹੁਤ ਸਾਰੇ ਲੋਕਾਂ ਨੂੰ ਉਹਦੇ ਵਿੱਚ ਜਿਹੜੇ ਕਿ ਪੀਸਫੁਲ ਤਰੀਕੇ ਦੇ ਨਾਲ ਜਿਹੜੇ ਆ ਉੱਥੇ ਬੈਠੇ ਸਨ ਉਹਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਔਰ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ। Men and women, Hindu, Sikhs and Muslim, rich and poor had gathered to protest against the British. This song was composed and sung to honor the memory of those brave people. ਉਹਨਾਂ ਲੋਕਾਂ ਦੇ ਵਿੱਚ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਸਨ ਜਿਨ੍ਹਾਂ ਦੀ ਹੱਤਿਆ ਜਿਹੜੀ ਜਲਿਆਂਵਾਲੇ ਬਾਗ ਦੇ ਵਿੱਚ ਕੀਤੀ ਗਈ। ਪਰ ਇਸ ਚੀਜ਼ ਦਾ ਦਰਦ ਜਿਹੜਾ ਪੂਰੇ ਦੇਸ਼ ਨੇ ਮਹਿਸੂਸ ਕੀਤਾ ਔਰ ਸਾਰੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇਸ ਚੀਜ਼ ਦਾ ਬਹੁਤ ਜਿਹੜਾ ਵਿਰੋਧਤਾ ਕੀਤੀ, ਬਹੁਤ ਪ੍ਰੋਟੈਸਟ ਕੀਤੇ ਜਲਿਆਂਵਾਲੇ ਬਾਗ ਦੀ ਘਟਨਾ ਤੋਂ ਬਾਅਦ।
ਔਰ ਇਹਦੇ ਵਿੱਚ ਅਮੀਰ ਸੀ ਭਾਵੇਂ ਗਰੀਬ ਸੀਗੇ, ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਪ੍ਰੋਟੈਸਟ ਕੀਤਾ ਅੰਗਰੇਜ਼ਾਂ ਦੇ ਖਿਲਾਫ। ਬਹੁਤ ਸਾਰੇ ਸਾਡੇ ਜਿਹੜੇ ਆਜ਼ਾਦੀ ਘੁਲਾਟੀਏ ਸਨ ਉਹਨਾਂ ਨੇ ਬਹੁਤ ਸਾਰਿਆਂ ਨੇ ਆਪਣੀਆਂ ਜੋਬਸ ਜਿਹੜੀਆਂ ਛੱਡ ਦਿੱਤੀਆਂ, ਬਹੁਤ ਸਾਰੇ ਵਕੀਲਾਂ ਨੇ ਜਿਹੜੀਆਂ ਆ ਆਪਣੀਆਂ ਜੋਬਸ ਛੱਡੀਆਂ, ਔਰ ਬਹੁਤ ਮਤਲਬ ਇਸ ਦਾ ਸਖਤ ਜਿਹੜਾ ਆ ਪ੍ਰੋਟੈਸਟ ਕੀਤਾ ਗਿਆ ਸਾਰਿਆਂ ਦੇ ਵੱਲੋਂ। ਸੋ ਇਹ ਜਿਹੜਾ ਸੌਂਗ ਆ ਇਹ ਕੰਪੋਜ਼ ਕੀਤਾ ਗਿਆ ਔਰ ਜਿਹੜਾ ਗਾਇਆ ਗਿਆ ਆ ਉਹਨਾਂ ਲੋਕਾਂ ਦੇ ਆਨਰ ਵਾਸਤੇ, ਉਹਨਾਂ ਦੀ ਯਾਦ ਵਾਸਤੇ। ਉਹ ਜਿਹੜੇ ਬਹਾਦਰ ਲੋਕ ਜਿਹੜੇ ਕਿ ਅੰਗਰੇਜ਼ਾਂ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ, ਜਿਹੜੇ ਕਿ ਬਿਲਕੁਲ ਨਿਹੱਥੇ ਲੋਕ ਸਨ। ਸੋ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭਾਰਤ ਜਿਹੜਾ ਆ ਉਹ ਬੇਸ਼ੱਕ ਸਾਨੂੰ ਉਹਦੇ ਵਿੱਚ ਬਹੁਤ ਸਾਰੀ ਡਾਇਵਰਸਿਟੀ ਨਜ਼ਰ ਆਉਂਦੀ ਆ, ਪਰ ਉਹ ਯੂਨਾਈਟਡ ਆ। ਇਹ ਯੂਨਿਟੀ ਜਿਹੜੀ ਇਹ ਸਾਡੇ ਦੇਸ਼ ਦੀ ਜਿਹੜੀ ਸਟਰੈਂਥ ਆ, ਔਰ ਇਹੀ ਤਾਕਤ ਜਿਹੜੀ ਆ ਇਹਨੇ ਸਾਨੂੰ ਅੰਗਰੇਜ਼ਾਂ ਤੋਂ ਜਿਹੜੀ ਆਜ਼ਾਦੀ ਦਿਵਾਈ। ਸੋ ਇੰਨਾ ਹੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਅਸੀਂ ਨੈਕਸਟ ਟੌਪਿਕ ਕਰਾਂਗੇ।